गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश बख्शिश कर रहे हैं, जदों आपां सत्संगत दे विच आउंदे हां, गुरु की शरण दे विच आउंदे हां, इसे फिर आया नूं आपां नूं ज्ञान दिता जाता, सूझी दी जाती है कि किवें असीं आपदा जिहड़ा जीवन है वो बतीत करना, किवें असीं जीवन का लाहा खटना। संसार दे विच आपां आए हां ते साडा जिहड़ा समां गिणती दा ते एक दिन साडा दिता होया समां खत्म होना है ते असीं इथों वापस चले जाना। हुण जन्म तो लैके मौत तक का साडा जिहड़ा जीवन का ये सफ़र है, इस नूं असीं किवें लंघाईए ताकि ये संसार दे विच भी साडे मन का संतुलन न विगड़े, साडे अंदर कला कलेश ना आवे, साडा मन सुखी रहे। ते जदों असीं देह छड्डीए असीं सीधा ही आपदे घर चले जाइए, वापस जूनाकारां दे विच न मुड़ जाइए। वो फिर आपां नूं सतगुरु साडे जीवन की जाच सिखाउंदी। महाराज कहंदे मत विच मरण जीवन होर कैसा, जा जीवां तां जुगत नाहीं। बई जे असीं ये जिउण की जुगती नहीं सीखी, जीवन की जाच नहीं सीखी, फिर साडा जिहड़ा जीवन है वो दुखां भरिया हुंदा, दुखां कलेशां वाला हुंदा है। साडे मन च कलेश, साडे परिवार च कलेश, फिर समाज च कलेश, फिर ये दुविधा की जिहड़ी अगन साडे मनां नूं साड़दी है ते असीं दुखी हुंदे हां, अशांत हुंदे हां।
ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ, ਜੇ ਅਸੀਂ ਗੁਰੂ ਦੀ ਮੱਤ ਨਹੀਂ ਲਈ, ਫਿਰ ਸਾਡੇ ਜੀਵਨ ਦੀ ਜਿਹੜੀ ਰੂਪ ਰੇਖਾ ਹੈ ਉਹ ਮਾਇਆ ਤਿਆਰ ਕਰਤੀ। ਫਿਰ ਸਾਨੂੰ ਇਹ ਕਾਲ ਹੈ ਜਿਹੜਾ ਆਪਦੀ ਮਰਜ਼ੀ ਨਾਲ ਚਲਾਉਂਦਾ ਹੈ। ਜਦੋਂ ਫਿਰ ਸਾਡੇ ਜੀਵਨ ਦੀ ਰੂਪ ਰੇਖਾ ਮਾਇਆ ਨੇ ਤਿਆਰ ਕੀਤੀ ਹੁੰਦੀ, ਉਦੋਂ ਸਾਡਾ ਜਿਹੜਾ ਜੀਵਨ ਹੈ ਉਹ ਫਿਰ ਮਨਮੁਖਾਂ ਵਾਲਾ ਹੁੰਦਾ, ਸਾਗਤਾਂ ਵਾਲਾ ਹੁੰਦਾ ਹੈ। ਅਤੇ ਉਦੋਂ ਜਿਹੜਾ ਜੀਵਨ ਉਹ ਫਿਰ ਪਸ਼ੂਆਂ ਵਰਗਾ ਹੁੰਦਾ ਹੈ, ਪਸ਼ੂਆਂ ਦੀ ਨਿਆਈ ਹੁੰਦਾ ਹੈ। ਜਿਵੇਂ ਆਪਾਂ ਦੇਖਦੇ ਵੀ ਪਸ਼ੂ ਭਾਟ ਹੁੰਦਾ ਹੈ, ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਪਸ਼ੂਆਂ ਵਰਗਾ ਹੈ। ਫਰਮਾਉਂਦੇ ਨੇ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ, ਜਨ ਕੀਤੀ ਤਿਸੇ ਨ ਜਾਣਨੀ, ਬਿਨ ਨਾਮੇ ਸਭ ਚੋਰ। ਬਈ ਜਿਹਨੇ ਸਿਰਜਣਾ ਕੀਤੀ ਉਹਨੂੰ ਜਾਣਿਆ ਨਹੀਂ, ਨਾਮ ਨੂੰ ਬੁੱਝਿਆ ਨਹੀਂ, ਅਤੇ ਨਾਮ ਤੋਂ ਬਿਨਾਂ ਫਿਰ ਸਾਡਾ ਜਿਹੜਾ ਮਨ ਹੈ ਇਸ ਨੂੰ ਚੋਰ ਕਹਿੰਦੇ ਨੇ। ਅਤੇ ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ, ਫਿਰ ਇੱਕ ਚੋਰ ਦੂਸਰੇ ਘਰ ਸੰਨ ਲਾਉਂਦਾ ਹੈ, ਚੋਰੀ ਕਰਦਾ ਹੈ। ਜੇ ਉਹਨੂੰ ਮੌਕੇ 'ਤੇ ਫੜ ਲਿਆ ਜਾਵੇ ਤਾਂ ਉਹਦੇ ਕੁੱਟ ਪੈਂਦੀ ਹੈ। ਇਸੇ ਤਰ੍ਹਾਂ ਹੀ ਫਿਰ ਜਿਹੜਾ ਮਨ ਚੋਰ ਹੈ ਉਹਦੇ ਫਿਰ ਕੁੱਟ ਪੈਂਦੀ ਜਮਾਂ ਤੋਂ। ਮਹਾਰਾਜ ਕਹਿੰਦੇ, ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵਣ ਹੋਰ, ਨਾਨਕ ਜਮ ਪਰ ਵੱਧੇ ਮਾਰੀਆਂ ਜਾਂ ਸੰਨੀ ਉੱਪਰ ਚੋਰ। ਬਈ ਜਿਵੇਂ ਸੰਨ ਲਾਉਂਦੇ ਚੋਰ ਦੇ ਕੁੱਟ ਪੈਂਦੀ, ਇਸੇ ਤਰ੍ਹਾਂ ਮਨਮੁਖਾਂ ਦੀ ਪੈਂਦੀ। ਜਿਨ੍ਹਾਂ ਨੇ ਨਾਮ ਨੂੰ ਵਸਾਰ ਕੇ ਸੰਸਾਰ ਦੇ ਵਿੱਚ ਹੋਰ ਜ਼ਿਆਦਾ ਅਹਿਮੀਅਤ ਦਿੱਤੀ, ਦੁਨਿਆਵੀ ਕਰਮ ਨੂੰ, ਵਿਚਾਰਾਂ ਨੂੰ, ਵਰਨਿਆਂ ਨੂੰ, ਉਹਨਾਂ ਨੂੰ ਫਿਰ ਕਹਿੰਦੇ ਵੀ ਇਹ ਚੋਰ ਨੇ। ਸੋ ਉਦੋਂ ਫਿਰ ਸਾਡਾ ਜਿਹੜਾ ਜੀਵਨ ਚੋਰਾਂ ਵਾਲਾ ਜਿਹੜਾ ਸਤ ਸੰਗਤ ਹੋਵੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਜਿਹੜੇ ਜੀਵ ਫਿਰ ਸਤ ਸੰਗਤ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਮਹਾਰਾਜ ਧਰਕਾਰ ਪਾਉਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਵੇ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਬਈ ਉਹਨਾਂ ਦਾ ਜਿਉਣਾ ਧ੍ਰਿਗ, ਜੋ ਕਰਮ ਕਰਦੇ ਉਹਨਾਂ ਦਾ ਕੰਮ ਕਰਨਾ ਧ੍ਰਿਗ, ਜੋ ਪਹਿਨਦੇ ਉਹਨਾਂ ਦਾ ਪਹਿਨਣਾ ਧ੍ਰਿਗ, ਜੋ ਖਾਂਦੇ, ਜੋ ਕਰਮ ਕਰਦੇ, ਜਿਸ ਪਰਿਵਾਰ ਕੁਟੁੰਬ ਦੀ ਖਾਤਰ ਕਰਦੇ, ਉਹ ਸਾਰਿਆਂ ਨੂੰ ਮਹਾਰਾਜ ਲਾਹਣਤਾਂ ਹੀ ਪਾਉਂਦੇ। ਬਈ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ ਹੈ, ਪਰਮਾਤਮਾ ਨੂੰ ਮਿਲਣ ਵਾਸਤੇ, ਜੇ ਅਸੀਂ ਇਸ ਮਾਰਗ 'ਤੇ ਨਹੀਂ ਚੱਲਦੇ, ਮਹਾਰਾਜ ਫਰਮਾਉਂਦੇ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜ੍ਹਾਇਆ, ਧ੍ਰਿਗ ਸਰੀਰ ਕੁਟੁੰਬ ਸਹਿ ਸਿਉ, ਜਿਤ ਹੁਣ ਖਸਮ ਨਾ ਪਾਇਆ। ਮਹਾਰਾਜ ਲਾਹਣਤਾਂ ਪਾਉਂਦੇ, ਫਟਕਾਰਾਂ ਪਾਉਂਦੇ ਵੀ ਜੇ ਹੁਣ ਅਸੀਂ ਸਤਿਗੁਰਾਂ ਦੀ ਮੱਤ ਨਹੀਂ ਲੈਂਦੇ, ਜੇ ਅਸੀਂ ਸਤਸੰਗ 'ਚ ਨਹੀਂ ਆਉਂਦੇ, ਫਿਰ ਉਹ ਕਹਿੰਦੇ ਵੀ ਜੋ ਤੁਸੀਂ ਕਰਦੇ ਹੋ ਤੁਹਾਡਾ ਇਹ ਸਾਰਾ ਕੁਛ ਕੀਤਾ ਹੀ ਧ੍ਰਿਗ। ਇਸ ਵਾਸਤੇ ਜਦੋਂ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਆਪਣੇ ਜੀਵਨ ਦੀ ਜਿਹੜੀ ਰੂਪ ਰੇਖਾ ਉਹ ਗੁਰੂ ਅਤੇ ਸਤਿਗੁਰੂ ਮਿਲ ਕੇ ਤਿਆਰ ਕਰਦੇ। ਇਸ ਲਈ ਮਹਾਰਾਜ ਫਿਰ ਦੱਸਦੇ ਵੀ ਗੁਰੂ ਸਤਿਗੁਰੂ ਫਿਰ ਆਪਦੇ ਸਿੱਖ ਨੂੰ ਇਸ ਤਰ੍ਹਾਂ ਪ੍ਰੀਤ ਕਰਦੇ, ਪ੍ਰੇਮ ਕਰਦੇ ਵੀ ਜਿਵੇਂ ਇੱਕ ਜਨਨੀ ਮਾਂ ਆਪਦੇ ਬੱਚੇ ਨੂੰ ਜਨਮ ਦਿੰਦੀ ਅਤੇ ਉਹ ਬੱਚੇ ਦਾ ਖਿਆਲ ਰੱਖਦੀ, ਉਹਦੀ ਪਾਲਣਾ ਪੋਸ਼ਣ ਕਰਦੀ, ਉਹਨੂੰ ਆਪਦੀ ਨਿਗਰਾਨੀ 'ਚ ਰੱਖਦੀ।
ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਆਪਾਂ ਨੂੰ ਆਪਦੀ ਨਿਗਰਾਨੀ 'ਚ ਰੱਖਦੇ ਹੋਏ ਉਹ ਸਾਨੂੰ ਪ੍ਰੀਤ ਕਰਦੇ। ਅਤੇ ਮਹਾਰਾਜ ਕਹਿੰਦੇ ਵੀ ਉਹ ਗੁਰਮੁਖ ਫਿਰ ਉਹ ਸਤਿਗੁਰੂ ਧੰਨ ਜਿਹਨੇ ਸਾਨੂੰ ਉਪਦੇਸ਼ ਦੇ ਕੇ, ਪਹਿਲਾਂ ਅਸੀਂ ਕਮਲੇ ਹੋਏ ਹੋਏ ਸੀ ਮਾਇਆ ਦੇ ਵਿੱਚ, ਜਿਹਨੇ ਕਮਲਿਆਂ ਤੋਂ ਫਿਰ ਸਿਆਣੇ ਕਰ ਦਿੱਤਾ। ਮਹਾਰਾਜ ਫਰਮਾਉਂਦੇ, ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਦਰ ਮਝਾਰ, ਖਿਨ ਖਿਨ ਵਿਚਾਰਦੇ ਵੀ ਜਿਵੇਂ ਉਹ ਆਪਦੇ ਬੱਚੇ ਨੂੰ ਖਿਨ ਖਿਨ ਸੰਭਾਲਦੀ, ਇਸੇ ਤਰ੍ਹਾਂ ਹੀ ਫਿਰ ਸਾਨੂੰ ਜਿਹੜਾ ਸਤਿਗੁਰੂ ਉਹ ਪ੍ਰੀਤ ਕਰਦੇ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇਹੇ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪੰਧ, ਜਨ ਹਰ ਉਪਦੇਸ਼ ਦੇ ਕੀਏ ਸਿਆਣੇ। ਵੀ ਪਹਿਲਾਂ ਮਾਇਆ ਦੇ ਵਿੱਚ ਕਮਲੇ ਹੋਏ ਸੀ, ਮਨ ਕਮਲਾ ਹੋਣ ਕਰਕੇ ਇੱਕ ਥਾਂ 'ਤੇ ਟਿਕਦਾ ਨਹੀਂ ਸੀ, ਭੱਜਿਆ ਹੀ ਫਿਰਦਾ ਸੀ ਵਿਚਾਰਾਂ 'ਚ। ਅਤੇ ਜਦੋਂ ਆਪਾਂ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਸਤਿਗੁਰੂ ਫਿਰ ਆਪਾਂ ਨੂੰ ਉਪਦੇਸ਼ ਦੇ ਕੇ ਸਾਡੇ ਮਨਾਂ ਨੂੰ, ਕਮਲਿਆਂ ਨੂੰ ਫਿਰ ਉਹ ਸਿਆਣੇ ਕਰ ਦਿੰਦੇ ਨੇ। ਫਿਰ ਆਪਣੇ ਜੀਵਨ ਦੀ ਜਿਹੜੀ ਰੂਪ ਰੇਖਾ ਫਿਰ ਉਹ ਸਤਿਗੁਰੂ ਤਿਆਰ ਕਰਦੇ, ਫਿਰ ਆਪਾਂ ਨੂੰ ਜੀਵਨ ਦੀ ਜਾਚ ਸਿਖਾਉਂਦੇ ਨੇ। ਬਈ ਪਹਿਲਾਂ ਜੋ ਅਸੀਂ ਭੁੱਲ ਚੁੱਕੇ ਹਾਂ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜੀ ਸਾਡੀ ਮਾਇਆ ਨੇ ਰੂਪ ਰੇਖਾ ਤਿਆਰ ਕੀਤੀ, ਉਹ ਜਦੋਂ ਅਸੀਂ ਬੋਲਦੇ ਹਾਂ ਮਾਇਆ ਦੇ, ਇਹਨਾਂ ਨੇ ਸਾਨੂੰ ਫਿੱਕਾ ਬੋਲਣਾ ਸਿਖਾ ਦਿੱਤਾ। ਪੰਜਾਂ ਦੂਤਾਂ ਨੇ, ਇਹਨਾਂ ਨੇ ਸਾਡੇ ਅੰਦਰ ਵੈਰ ਵਿਰੋਧ ਭਰ ਦਿੱਤਾ ਅਤੇ ਅਸੀਂ ਦੁਵਿਧਾ ਦੇ ਵਿੱਚ ਆ ਕੇ ਫਿਰ ਫਿੱਕਾ ਬੋਲਣ ਲੱਗੇ, ਮਾੜੇ ਬੋਲ ਬੋਲਣ ਲੱਗੇ। ਜਦੋਂ ਅਸੀਂ ਫਿਰ ਮਾੜੇ ਬੋਲ ਬੋਲਦੇ ਹਾਂ, ਸਾਡੇ ਮਾਲਕ ਦੇ ਨਾਲੋਂ ਜਿਹੜੀ ਪ੍ਰੀਤ ਉਹ ਪ੍ਰੀਤ ਟੁੱਟ ਜਾਂਦੀ ਹੈ। ਮਹਾਰਾਜ ਕਹਿੰਦੇ, ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਵੀ ਜਦੋਂ ਅਸੀਂ ਦੁਵਿਧਾ 'ਚ ਆ ਕੇ ਮਾੜੇ ਬੋਲ ਬੋਲੇ, ਬੁਲਾਏ ਕਿਹਨਾਂ ਨੇ? ਇਹਨਾਂ ਪੰਜਾਂ ਦੂਤਾਂ ਨੇ। ਇਹਨਾਂ ਨੇ ਸਾਡੇ ਅੰਦਰ ਐਸੀ ਦੁਵਿਧਾ ਲਾਈ, ਵੈਰ ਵਿਰੋਧ ਪੈਦਾ ਕੀਤਾ ਕਿ ਅਸੀਂ ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਾਡੀ ਜਿਹੜੀ ਪ੍ਰੀਤ ਸੀ ਉਹ ਪ੍ਰੀਤ ਟੁੱਟ ਗਈ ਮਾਲਕ ਦੇ ਨਾਲੋਂ। ਹੁਣ ਜਦੋਂ ਮਾਲਕ ਦੇ ਨਾਲੋਂ ਪ੍ਰੀਤ ਟੁੱਟ ਗਈ ਅਤੇ ਅਸੀਂ ਹੋਰ ਦੁਖੀ ਹੋ ਗਏ, ਹੋਰ ਅਸ਼ਾਂਤ ਹੋ ਗਏ। ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਫਿਰ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਸਾਡੀ ਟੁੱਟੀ ਹੋਈ ਦੁਬਾਰਾ ਫਿਰ ਜੁੜ ਜਾਂਦੀ, ਫਿਰ ਗੰਢੀ ਜਾ ਸਕਦੀ, ਜੇ ਹੁਣ ਅਸੀਂ ਆਪਦੀ ਗਲਤੀ ਮਹਿਸੂਸ ਕਰੀਏ ਅਤੇ ਅਸੀਂ ਸ਼ਬਦ ਦੀ ਵਿਚਾਰ ਕਰੀਏ। ਬਈ ਜੇ ਅਸੀਂ ਇਹ ਵਿਚਾਰ ਕਰੀਏ ਸਾਡੀ ਕਿਉਂ ਟੁੱਟੀ, ਕਾਹਦੋਂ ਟੁੱਟੀ, ਅਤੇ ਫਿਰ ਸਾਡੀ ਦੁਬਾਰਾ ਵਾਪਸ ਜੁੜ ਸਕਦੀ ਹੈ। ਮਹਾਰਾਜ ਫਰਮਾਉਂਦੇ, ਟੂਟੇ ਗੰਠ ਪੜੇ ਵਿਚਾਰ। ਵੀ ਜਦੋਂ ਅਸੀਂ ਵਿਚਾਰ ਕਰਾਂਗੇ ਸਾਡੀ ਟੁੱਟੀ ਹੋਈ ਫਿਰ ਗੰਢੀ ਜਾਏਗੀ। ਜਿਵੇਂ ਕੋਈ ਚੀਜ਼ ਟੁੱਟ ਜਾਂਦੀ ਹੈ, ਆਪਾਂ ਦੇਖਦੇ ਹਾਂ ਕੋਈ ਲੋਹੇ ਦੀ ਹੈ, ਆਪਾਂ ਜਾਂਦੇ ਹਾਂ ਅਤੇ ਉਹ ਵੈਲਡਿੰਗ ਕਰਕੇ ਫਿਰ ਨਾਲ ਦੁਬਾਰਾ ਜੋੜ ਦਿੰਦੇ। ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਸਾਡੀ ਟੁੱਟੀ ਹੋਈ ਲੈਬ ਉਹ ਦੁਬਾਰਾ ਫਿਰ ਗੰਢ ਦਿੰਦੇ ਨੇ, ਫਿਰ ਸਾਡੀ ਟੁੱਟੀ ਹੋਈ ਜੁੜ ਜਾਂਦੀ। ਸਾਡੀ ਟੁੱਟੀ ਹੈ ਨਾਮ ਦੇ ਨਾਲੋਂ, ਜੋ ਮਾਲਕ ਦੇ ਮੁਖ ਦੀ ਆਵਾਜ਼ ਹੈ, ਸ਼ਬਦ ਦੇ ਨਾਲੋਂ ਟੁੱਟੀ ਹੈ। ਟੁੱਟੀ ਹੋਣ ਕਰਕੇ ਹੀ ਸਾਨੂੰ ਫਿਰ ਮਾਇਆ ਲੱਗੀ ਹੈ, ਤ੍ਰਿਸ਼ਨਾ ਲੱਗੀ ਹੈ। ਉਹ ਫਿਰ ਦੁਬਾਰਾ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਉਹ ਟੁੱਟੀ ਹੋਈ ਦੁਬਾਰਾ ਗੰਢ ਦਿੰਦੇ ਨੇ। ਜਦੋਂ ਫਿਰ ਸਾਡੀ ਗੰਢੀ ਜਾਂਦੀ, ਫਿਰ ਅਸੀਂ ਇਸ ਮਾਰਗ 'ਤੇ ਫਿਰ ਦੁਬਾਰਾ ਚੱਲ ਪੈਂਦੇ ਹਾਂ, ਫਿਰ ਅਸੀਂ ਤੁਰ ਪੈਂਦੇ ਹਾਂ। ਇਸ ਵਾਸਤੇ ਫਿਰ ਮਹਾਰਾਜ ਦੱਸਦੇ, ਟੂਟੀ ਗੰਢਨ ਹਾਰ ਗੋਪਾਲ। ਵੀ ਟੁੱਟੀ ਹੋਈ ਮਾਲਕ ਫਿਰ ਸਾਡੀ ਦੁਬਾਰਾ ਗੰਢ ਦਿੰਦਾ ਹੈ। ਕਿਵੇਂ?
ਉਹ ਸਾਨੂੰ ਆਪ ਹੀ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਲੈ ਆਉਂਦਾ। ਕਿਉਂਕਿ ਪਰਮਾਤਮਾ ਨੂੰ ਅਸੀਂ ਸਿੱਧਾ ਜਾਣ ਨਹੀਂ ਸਕਦੇ, ਉਹ ਅਦਿੱਖੇ ਸੂਖਮ। ਜਿਨ੍ਹਾਂ ਦੇ ਉਹ ਪੂਰੇ ਪ੍ਰਸੰਨ ਹੁੰਦੇ ਉਹਨਾਂ ਨੂੰ ਆਪਣਾ ਆਪਾਂ ਜਣਾਉਂਦੇ, ਆਪਾਂ ਬੁਝਾਉਂਦੇ। ਅਤੇ ਜਿਨ੍ਹਾਂ ਨੂੰ ਆਪਣਾ ਆਪਾਂ ਬੁਝਾਏ ਹੈ ਉਹਨਾਂ ਨੂੰ ਫਿਰ ਗੁਰਮੁਖ ਕਹਿ ਦਿੱਤਾ, ਅਤੇ ਫਿਰ ਉਹ ਗੁਰਮੁਖ ਆਪਾਂ ਨੂੰ ਇਹ ਭੇਜ ਦਿੰਦੇ ਸਾਰਾ ਨਾਮ ਦਾ ਅਤੇ ਸੱਚ ਦਾ। ਇਸ ਲਈ ਮਹਾਰਾਜ ਫਰਮਾਉਂਦੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬਈ ਜਿਨ੍ਹਾਂ ਦੇ ਤਾਂ ਪ੍ਰਸੰਨ ਹੋ ਗਏ ਉਹਨਾਂ ਨੂੰ ਆਪਣਾ ਆਪਾਂ ਜੁਨਾ ਦਿੱਤਾ, ਆਪਣਾ ਆਪਾਂ ਬੁਝਾ ਦਿੱਤਾ। ਫਿਰ ਉਹਨਾਂ ਗੁਰਮੁਖਾਂ ਦਾ ਆਪਾਂ ਨੂੰ ਸੰਗ ਕਰਾਉਂਦੇ। ਜਿਨ੍ਹਾਂ ਨੂੰ ਮਾਲਕ ਨੇ ਆਪਣਾ ਆਪਾਂ ਬੁਝਾਇਆ, ਆਪਣਾ ਆਪਾਂ ਜੁਨਾਇਆ, ਫਿਰ ਜਦੋਂ ਸਾਡਾ ਪਿਛਲਾ ਕੋਈ ਪੂਰਬ ਲੰਕਰ ਪ੍ਰਗਟ ਹੁੰਦਾ, ਫਿਰ ਸਾਨੂੰ ਐਸੇ ਗੁਰਮੁਖਾਂ ਦਾ, ਸਾਧੂ ਜਨਾਂ ਦਾ ਸੰਗ ਹੁੰਦਾ। ਮਹਾਰਾਜ ਕਹਿੰਦੇ, ਪੂਰਬ ਕਰਮ ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਬਈ ਜਦੋਂ ਸਾਡਾ ਪਿਛਲਾ ਕੋਈ ਅੰਕਰ ਪ੍ਰਗਟ ਹੁੰਦਾ ਪੂਰਬਲਾ, ਫਿਰ ਹੀ ਸਾਡੇ ਅੰਦਰ ਤੜਫ ਅਤੇ ਵਿਰਾਗ ਪੈਦਾ ਹੁੰਦਾ। ਫਿਰ ਹੀ ਸਾਨੂੰ ਐਸੇ ਗੁਰਮੁਖਾਂ ਦਾ, ਸਾਧੂ ਜਨਾਂ ਦਾ ਸੰਗ ਹੁੰਦਾ। ਜਦੋਂ ਫਿਰ ਉਹਨਾਂ ਦਾ ਸੰਗ ਹੁੰਦਾ, ਉਹ ਫਿਰ ਆਪਾਂ ਨੂੰ ਇਹ ਸਾਰਾ ਭੇਦ ਦਿੰਦੇ, ਸਾਰੀ ਇਹ ਕਹਾਣੀ ਸਮਝਾਉਂਦੇ ਵੀ ਕਿਵੇਂ ਅਸੀਂ ਪਰਮਾਤਮਾ ਨਿਰੰਕਾਰ ਤੋਂ ਵਿਛੜੇ ਹਾਂ। ਫਿਰ ਵਿਛੜਨ ਤੋਂ ਬਾਅਦ ਅਸੀਂ ਕਿੱਥੇ ਕਿੱਥੇ ਰਹੇ, ਕਿਹੜੇ ਕਿਹੜੇ ਆਕਾਰਾਂ ਦੇ ਵਿੱਚ ਰਹੇ, ਕਿਵੇਂ ਅਸੀਂ ਉਹਨਾਂ ਆਕਾਰਾਂ ਦੇ ਵਿੱਚੋਂ ਹੁੰਦੇ ਹੁੰਦੇ ਵਾਪਸ ਫੇਰ ਹੁਣੇ ਦੁਬਾਰਾ ਮਾਨਸ ਜਾਮੇ ਤੱਕ ਪਹੁੰਚੇ। ਫਿਰ ਕਿਵੇਂ ਹੁਣ ਅਸੀਂ ਮਾਨਸ ਜਾਮੇ ਵਿੱਚ ਰਹਿੰਦੇ ਰਹਿੰਦੇ ਪਰਮਾਤਮਾ ਨਾਲ ਮਿਲਾਪ ਕਰਨਾ। ਇਸ ਸਾਰੀ ਕਹਾਣੀ ਨੂੰ ਫਿਰ ਅਕਥ ਕਹਾਣੀ ਕਹਿੰਦੇ। ਜਿਨ੍ਹਾਂ ਗੁਰਮੁਖਾਂ ਨੂੰ ਫਿਰ ਮਾਲਕ ਨੇ ਆਪਣਾ ਆਪਾਂ ਜਨਾਇਆ ਹੁੰਦਾ, ਉਹ ਫਿਰ ਆਪਾਂ ਨੂੰ ਇਹ ਅਕਥ ਕਹਾਣੀ ਸੁਣਾਉਂਦੇ। ਮਹਾਰਾਜ ਕਹਿੰਦੇ, ਜਿਸੇ ਜਗਾਵੇ ਪਿਆਵੇ ਇਹੋ ਰਸ, ਅਕਥ ਕਥਾ ਤੈਨ ਜਾਣੀ। ਫਿਰ ਉਹ ਆਪਾਂ ਨੂੰ ਦੱਸਦੇ ਵੀ ਕਿਵੇਂ ਅਸੀਂ ਜਿਹੜਾ ਸਾਡਾ ਪਿਛੋਕੜ ਹੈ, ਪਿਛਲੇ ਆਕਾਰਾਂ ਦੇ ਵਿੱਚ ਕਿੱਥੇ ਕਿੱਥੇ ਅਸੀਂ ਰਹੇ। ਆਪਾਂ ਨੂੰ ਦੱਸਦੇ ਵੀ ਕਿੰਨੀ ਵਾਰ ਅਸੀਂ ਆਹ ਦਰਖਤ ਬਣੇ, ਕਿੰਨੀ ਵਾਰ ਅਸੀਂ ਆਹ ਪੰਛੀ ਬਣੇ, ਕਿੰਨੀ ਵਾਰ ਸੱਪ ਬਣੇ। ਇਹਨਾਂ ਆਕਾਰਾਂ ਦੇ ਵਿੱਚੋਂ ਹੁੰਦੇ ਹੁੰਦੇ ਆਪਾਂ ਰਹੇ। ਮਹਾਰਾਜ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਦੱਸਦੇ, ਕਿਤੇ ਰੁੱਖ ਬਿਰਖ ਹਮ ਚੀਨੇ, ਕਿਤੇ ਪਸ਼ੂ ਅਪਾਏ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ। ਬਈ ਕਿੰਨੀ ਵਾਰ ਅਸੀਂ ਆ ਨਾਗ ਸੱਪ ਦੀਆਂ ਕੁੱਲਾਂ ਦੇ ਵਿੱਚ ਦੀ ਹੁੰਦੇ ਹੁੰਦੇ ਕਿੰਨੀ ਵਾਰ ਪੰਛੀ ਬਣੇ, ਬਿਰਖ ਬਣੇ। ਇਹਨਾਂ ਆਕਾਰਾਂ ਦੇ ਵਿੱਚੋਂ ਅਸੀਂ ਹੁੰਦੇ ਆ ਰਹੇ। ਸਾਡਾ ਜਿਹੜਾ ਮਨ ਹੈ ਅਤੇ ਇਹ ਸਾਡਾ ਪਿਛੋਕੜ ਹੈ। ਵੀ ਕਿੰਨੀ ਵਾਰ ਅਸੀਂ ਇੱਕ ਵਾਰ ਨਹੀਂ ਇਹਨਾਂ ਆਕਾਰਾਂ ਦੇ ਵਿੱਚ, ਇਹਨਾਂ ਜੂਨਾਂ ਦੇ ਵਿੱਚ ਰਹੇ। ਵਿੱਚ ਦੀ ਸਾਨੂੰ ਮਾਨਸ ਜਾਮਾ ਵੀ ਮਿਲਿਆ, ਪਰ ਮਾਨਸ ਜਾਮੇ ਵਿੱਚ ਜੇ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਨਾ ਹੋਵੇ, ਸਾਧੂ ਜਨ ਸਾਨੂੰ ਨਾ ਮਿਲਣ, ਅਸੀਂ ਫਿਰ ਦੁਬਾਰਾ ਵਾਪਸ ਮੁੜ ਜਾਂਦੇ ਹਾਂ। ਅਸੀਂ ਮਾਨਸ ਜਾਮੇ ਦਾ ਵੀ ਲਾਹਾ ਨਹੀਂ ਖੱਟ ਸਕਦੇ। ਇਸ ਲਈ ਗੁਰੂ ਅਰਜਨ ਦੇਵ ਜੀ ਵੀ ਆਪਾਂ ਨੂੰ ਸਮਝਾਉਂਦੇ ਵੀ ਸਾਡਾ ਜਿਹੜਾ ਪਿਛੋਕੜ ਹੈ, ਅਸੀਂ ਕਿੱਥੋਂ ਕਿੱਥੋਂ ਆਏ ਹਾਂ। ਮਹਾਰਾਜ ਕਹਿੰਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਈ ਸੰਜਰੀਆ।
ਮਹਾਰਾਜ ਕਹਿੰਦੇ ਵੀ ਅਸੀਂ ਸਾਡਾ ਜਿਹੜਾ ਮਨ ਇਹਨਾਂ ਕਾਰਾਂ ਦੇ ਵਿੱਚੋਂ ਹੁੰਦਾ, ਕਈ ਜਨਮ ਕੀੜੇ ਮਕੌੜੇ ਬਣੇ, ਕਈ ਜਨਮ ਅਸੀਂ ਸੱਪ ਬਣੇ, ਪੰਛੀ ਬਣੇ, ਕਈ ਜਨਮ ਅਸੀਂ ਬਲਦ ਬਣ ਕੇ, ਘੋੜੇ ਬਣ ਕੇ ਰਥਾਂ ਦੇ ਅੱਗੇ ਜੁੜਦੇ ਰਹੇ, ਕਈ ਜਨਮ ਅਸੀਂ ਪਾਣੀ ਦੇ ਜਾਨਵਰ, ਡੱਡੂ ਮੱਛੀਆਂ ਬਣਦੇ ਰਹੇ। ਇਹਨਾਂ ਕਾਰਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ, ਇਹ ਸਾਡਾ ਪਿਛੋਕੜ ਹੈ। ਫਿਰ ਆਪਾਂ ਨੂੰ ਦੱਸਦੇ ਵੀ ਇਹਨਾਂ ਕਾਰਾਂ ਦੇ ਵਿੱਚ ਤਾਂ ਹੋਰ ਦੇ ਵਿੱਚ ਸਾਨੂੰ ਇੰਨਾ ਗਿਆਨ, ਸਾਨੂੰ ਇੰਨੀ ਸੋਝੀ ਨਹੀਂ ਦਿੱਤੀ ਜਾਂਦੀ। ਉਹਨਾਂ ਦੇ ਵਿੱਚ ਤਾਂ ਸਿੱਧਾ ਹੀ ਧਿਆਨ ਦੁਆਰਾ ਕਾਇਆ ਪਲਟ ਜਾਂਦੀ ਹੈ। ਜਿੱਧਰ ਨੂੰ ਸਾਡਾ ਧਿਆਨ ਹੁੰਦਾ ਅੰਤ ਸਮੇਂ, ਉਹੀਓ ਸਾਨੂੰ ਆਕਾਰ ਮਿਲ ਜਾਂਦਾ ਹੈ। ਜਿਵੇਂ ਮਾਲਕ ਨੇ ਜੀਆਂ ਦਾ ਹਾਰ ਜੀ ਬਣਾਏ ਨੇ, ਇੱਕ ਦੂਸਰੇ ਨੂੰ ਜੀਵ ਖਾਂਦੇ ਨੇ। ਜਦੋਂ ਜਿਹੜਾ ਜੀਵ ਜਿਹਨੂੰ ਖਾਂਦਾ ਹੈ, ਉਹਦਾ ਧਿਆਨ ਜਦੋਂ ਉੱਧਰ ਨੂੰ ਚਲੇ ਗਿਆ, ਉਹਨੂੰ ਉਹ ਆਕਾਰ ਮਿਲ ਜਾਂਦਾ। ਇਸ ਤਰ੍ਹਾਂ ਫਿਰ ਧਿਆਨ ਦੁਆਰਾ ਸਾਡੀ ਕਾਇਆ ਪਲਟਦੀ ਰਹਿੰਦੀ ਹੈ। ਮਨ ਉਹੀ ਰਹਿੰਦਾ ਹੈ, ਜੋਤ ਉਹੀ ਰਹਿੰਦੀ ਹੈ, ਸਿਰਫ ਕਾਇਆ ਜਿਹੜੀ ਕੱਪੜਾ ਸਾਡੇ ਉੱਤੇ ਹੋਰ ਚੜਾ ਦਿੰਦੀ ਹੈ। ਮਹਾਰਾਜ ਫਰਮਾਉਂਦੇ, ਜੋ ਤੂੰ ਹਾਂ ਜੋਗਤ ਸਹਿ ਸਹਿ ਕਾਇਆ ਫਿਰ ਪਲਟੀਏ। ਬਈ ਮਨ ਉਹੀ ਰਹਿੰਦਾ ਹੈ, ਕਾਇਆ ਪਲਟ ਜਾਂਦਾ ਤੇ ਧਿਆਨ ਦੁਆਰਾ ਕਾਇਆ ਪਲਟਦੀ ਹੈ। ਜਿਹੜੀ ਚੀਜ਼ ਸਾਡੇ ਮਨ 'ਚ ਵਸ ਗਈ, ਜਾਂ ਜਿੱਧਰ ਨੂੰ ਸਾਡਾ ਅੰਤ ਸਮੇਂ ਧਿਆਨ ਹੋ ਗਿਆ, ਸਾਨੂੰ ਉਹੀਓ ਆਕਾਰ ਮਿਲ ਜਾਂਦਾ, ਉਹੀਓ ਸਾਨੂੰ ਜੂਨ ਮਿਲ ਜਾਂਦੀ ਹੈ। ਹੁਣ ਆਪਾਂ ਨੂੰ ਮਾਨਸ ਜਾਮਾ ਮਿਲਿਆ ਤੇ ਇਹਦੇ ਵਿੱਚ ਫਿਰ ਇਹ ਆਪਾਂ ਨੂੰ ਸਤਿਗੁਰੂ ਗਿਆਨ ਦਿੰਦੇ, ਸੋਝੀ ਦਿੰਦੇ ਬਈ ਹੁਣ ਦੁਬਾਰਾ ਫਿਰ ਵਾਪਸ ਨਾ ਅਸੀਂ ਮੁੜ ਜਾਈਏ, ਹੁਣ ਅਸੀਂ ਧਿਆਨ ਕਿੱਥੇ ਲਾਈਏ, ਤਾਂ ਕਿ ਅਸੀਂ ਦੁਬਾਰਾ ਫਿਰ ਨਾ ਵਾਪਸ ਕਾਰਾਂ ਦੇ ਵਿੱਚ ਜਾਈਏ। ਫਿਰ ਆਪਾਂ ਨੂੰ ਦੱਸਦੇ ਵੀ ਹੁਣ ਤੁਸੀਂ ਧਿਆਨ ਧਰੋ ਨਿਰੰਕਾਰ ਦਾ, ਪਰਮਾਤਮਾ ਦਾ, ਸੱਚ ਦਾ। ਜੇ ਅਸੀਂ ਮਾਲਕ ਦਾ ਧਿਆਨ ਧਰਾਂਗੇ ਤੇ ਅਸੀਂ ਮਾਲਕ ਦੇ ਵਿੱਚ ਸਮਾ ਜਾਵਾਂਗੇ, ਉਹਦੇ ਵਿੱਚ ਲੀਨ ਹੋ ਜਾਵਾਂਗੇ। ਜੇ ਅਸੀਂ ਕਿਸੇ ਆਕਾਰ ਦਾ ਧਿਆਨ ਧਰਾਂਗੇ ਤੇ ਅਸੀਂ ਉਹ ਆਕਾਰ ਰੂਪ ਹੋ ਜਾਵਾਂਗੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਧਿਆਨ ਧਰੋ ਜਿਹੜਾ ਹਰ ਥਾਂ ਤੇ ਮਾਲਕ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਾਂ ਨੂੰ ਫਰਮਾਉਂਦੇ, ਧਿਆਨ ਧਰੋ ਤਹਿ ਕੋ ਮਨ ਮੇਂ, ਜਾ ਕੋ ਅੰਤੁ ਸਭੇ ਜਗ ਛਾਇਓ। ਬਈ ਜਿਹਦਾ ਪ੍ਰਕਾਸ਼ ਸਾਰੇ ਸੰਸਾਰ ਵਿੱਚ ਹਰ ਇੱਕ ਥਾਂ ਤੇ ਮਾਲਕ, ਉਹਦਾ ਧਿਆਨ ਧਰੋ। ਹੁਣ ਪਰਮਾਤਮਾ ਦਾ ਧਿਆਨ ਅਸੀਂ ਤਾਂ ਧਰ ਸਕਦੇ ਜੇ ਅਸੀਂ ਉਹਨੂੰ ਦੇਖਿਆ ਹੋਵੇਗਾ। ਜਿਵੇਂ ਸੰਸਾਰ ਦੇ ਵਿੱਚ ਆਪਾਂ ਜੇ ਕਿਸੇ ਨੂੰ ਯਾਦ ਕਰਦੇ ਹਾਂ ਤੇ ਉਹਦਾ ਜਦੋਂ ਅਸੀਂ ਧਿਆਨ ਧਰਦੇ ਹਾਂ, ਉਹਦਾ ਆਕਾਰ ਸਾਡੇ ਸਾਹਮਣੇ ਆ ਜਾਂਦਾ। ਜਿਹਦੀਆਂ ਆਪਾਂ ਗੱਲਾਂ ਕਰਦੇ ਹਾਂ, ਕਿਸੇ ਦੀਆਂ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹਨੂੰ ਜਦੋਂ ਆਪਾਂ ਚੇਤੇ ਕਰਦੇ ਹਾਂ, ਆਪਣੇ ਸਾਹਮਣੇ ਉਹਦਾ ਚਿਹਰਾ ਆ ਜਾਂਦਾ ਹੈ। ਕਿਉਂਕਿ ਉਹ ਆਕਾਰ ਸਾਡੇ ਮਨ ਦੇ ਅੰਦਰ ਵਸੇ ਹੋਏ ਨੇ, ਅਸੀਂ ਉਹਨਾਂ ਨੂੰ ਦੇਖਿਆ ਹੋਇਆ, ਤਾਂ ਸਾਡੇ ਉਹ ਸਾਹਮਣੇ ਆ ਜਾਂਦਾ ਹੈ। ਤੇ ਜਿਹਨੂੰ ਅਸੀਂ ਦੇਖਿਆ ਨਹੀਂ, ਉਹਦੀ ਆਪਾਂ ਨੂੰ ਗੱਲ ਕਰਨ ਦੇ ਵਿੱਚ ਓਨਾ ਆਨੰਦ, ਓਨਾ ਸਵਾਦ ਨਹੀਂ ਆਉਂਦਾ ਜਿੰਨਾ ਜਿਹਨੂੰ ਅਸੀਂ ਦੇਖਿਆ ਉਹਦੀ ਆਪਾਂ ਕਰਦੇ ਹਾਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦ ਤੱਕ ਅਸੀਂ ਹੁਣ ਮਾਲਕ ਨੂੰ ਦੇਖਿਆ ਨਹੀਂ, ਓਨਾ ਸਮਾਂ ਅਸੀਂ ਉਹਦਾ ਧਿਆਨ ਕਿਵੇਂ ਧਰੀਏ। ਮਹਾਰਾਜ ਕਹਿੰਦੇ, ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਵੇਖੇ ਕਹੋ ਕੈਸੋ ਧਿਆਨ। ਬਈ ਜੇ ਅਸੀਂ ਆਖੀਏ ਵੀ ਧਿਆਨ ਧਰਨਾ, ਅਸੀਂ ਪਰਮਾਤਮਾ ਦਾ ਅਸੀਂ ਧਿਆਨ ਕਰਦੇ ਹਾਂ, ਉਹ ਕਹਿੰਦੇ ਜੇ ਤੁਸੀਂ ਦੇਖਿਆ ਹੀ ਨਹੀਂ ਤੇ ਫਿਰ ਤੁਸੀਂ ਉਹਦਾ ਧਿਆਨ ਕਿਵੇਂ ਕਰਦੇ। ਬਈ ਧਿਆਨ ਤਾਂ ਉਹਦਾ ਹੁੰਦਾ ਹੈ ਜਿਹਨੂੰ ਦੇਖਿਆ ਹੋਵੇ। ਇਸ ਵਾਸਤੇ ਫਿਰ ਜਦੋਂ ਆਪਾਂ ਗੁਰੂ ਪਾਸ ਜਾਂਦੇ ਹਾਂ, ਫਿਰ ਸਾਨੂੰ ਗੁਰੂ ਦਿਖਾਉਂਦਾ ਹੈ।
ਭਰਮ ਦਾ ਪਰਦਾ ਪਾਸੇ ਕਰਕੇ ਉਹ ਆਪਾਂ ਨੂੰ ਪਹਿਚਾਣ ਕਰਾ ਦਿੰਦੇ ਵੀ ਆਹ ਤੁਹਾਡਾ ਮਾਤਾ ਪਿਤਾ, ਤੁਹਾਡਾ ਮੂਲ ਹੈ। ਇਸ ਲਈ ਮਹਾਰਾਜ ਸਾਨੂੰ ਫਿਰ ਇਹ ਪੂਰੇ ਗੁਰੂ ਦੀ ਨਿਸ਼ਾਨੀ ਦੱਸਦੇ ਵੀ ਉਹ ਸਾਨੂੰ ਪਰਮਾਤਮਾ ਪਾਰ ਬ੍ਰਹਮ ਨੂੰ ਸਭ ਤੋਂ ਨੇੜੇ ਦਿਖਾ ਦਿੰਦੇ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਜਦੋਂ ਆਪਾਂ ਮਾਲਕ ਨੂੰ ਦੇਖਦੇ ਫਿਰ ਮਾਲਕ ਦਾ ਧਿਆਨ ਧਰਿਆ ਜਾਂਦਾ ਹੈ। ਫਿਰ ਉਹਨੂੰ ਦੇਖ ਦੇਖ ਕੇ ਜਿਉਂ-ਜਿਉਂ ਆਪਾਂ ਦੇਖੀ ਜਾਵਾਂਗੇ ਉਹ ਸਾਡੇ ਮਨ ਦੇ ਵਿੱਚ ਵੱਸਦਾ ਜਾਏਗਾ, ਹਿਰਦੇ 'ਚ ਵੱਸਦਾ ਜਾਏਗਾ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਮਾਲਕ ਨੂੰ ਮਨ 'ਚ ਵਸਾ ਲਾਂਗੇ, ਹਿਰਦੇ 'ਚ ਵਸਾ ਲਾਂਗੇ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਸਾਨੂੰ ਮਾਲਕ ਆਪਦੇ 'ਚ ਸੰਭਾਲੇਗਾ। ਜੇ ਹੁਣ ਅਸੀਂ ਮਾਲਕ ਨੂੰ ਦੇਖਿਆ ਨਹੀਂ ਫਿਰ ਸਾਡਾ ਜਿਹੜਾ ਧਿਆਨ ਫਿਰ ਉਹ ਇੱਧਰ ਕਿਸੇ ਪਾਸੇ ਰਹਿ ਜਾਂਦਾ ਹੈ, ਆਕਾਰ ਦੇ ਵਿੱਚ ਰਹਿ ਗਿਆ ਅਤੇ ਸਾਨੂੰ ਉਹ ਆਕਾਰ ਮਿਲ ਜਾਣਾ। ਇਸ ਕਰਕੇ ਫਿਰ ਇੱਛਾ ਅਖੀਰੀ ਮਾਲਕ ਨੇ ਸਾਡੇ ਮਨ ਦੇ ਉੱਤੇ ਛੱਡਿਆ ਹੋਇਆ ਵੀ ਤੇਰੀ ਇੱਛਾ ਤੇ। ਜੇ ਤੈਨੂੰ ਕੋਈ ਆਕਾਰ ਸੋਹਣਾ ਲੱਗਦਾ, ਤੈਨੂੰ ਲੱਗਦਾ ਵੀ ਉਹ ਬਹੁਤ ਵਧੀਆ ਹੈ, ਉਹ ਚੰਗਾ ਹੈ, ਤੂੰ ਉਹਨੂੰ ਮਨ 'ਚ ਵਸਾ ਲਾ। ਜਦੋਂ ਤੇਰਾ ਦਿੱਤਾ ਹੋਇਆ ਸਮਾਂ ਖਤਮ ਹੋਇਆ ਤੈਨੂੰ ਉਹੀਓ ਆਕਾਰ ਦੇ ਦਾਂਗੇ, ਕਿਉਂਕਿ ਤੈਨੂੰ ਉਹ ਸੋਹਣਾ ਲੱਗਦਾ, ਤੇਰੀ ਇੱਛਾ ਹੈ। ਜੇ ਹੁਣ ਤੂੰ ਚਾਹੁੰਦਾ ਬਈ ਮੈਂ ਕਿਸੇ ਆਕਾਰ 'ਚ ਨਾ ਜਾਵਾਂ, ਬਈ ਮੈਂ ਸਦਾ ਵਾਸਤੇ ਹੁਣ ਘਰੇ ਬੈਠਣਾ ਚਾਹੁੰਦਾ, ਫਿਰ ਮਹਾਰਾਜ ਕਹਿੰਦੇ ਮੈਨੂੰ ਮਨ 'ਚ ਵਸਾ ਲਓ। ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਤੁਹਾਨੂੰ ਮੈਂ ਆਪਦੇ 'ਚ ਸੰਭਾਲਾਂਗਾ, ਤੁਹਾਨੂੰ ਕਿਸੇ ਆਕਾਰ 'ਚ ਨਹੀਂ ਭੇਜਾਂਗਾ। ਹੁਣ ਇੱਛਾ ਇਹ ਮਨ ਦੀ ਤੇ ਬਈ ਇਹਨੇ ਘਰੇ ਬੈਠਣਾ ਹੈ ਜਾਂ ਇਹਨੇ ਕਿਸੇ ਆਕਾਰ 'ਚ ਜਾਣਾ ਹੈ। ਹੁਣ ਜੇ ਅਸੀਂ ਨਾ ਤਾਂ ਮਾਲਕ ਦਾ ਧਿਆਨ ਧਰਦੇ ਹਾਂ, ਮਾਲਕ ਨੂੰ ਨਹੀਂ ਮਨ 'ਚ ਵਸਾਉਂਦੇ, ਅਤੇ ਨਾ ਅਸੀਂ ਕਿਸੇ ਆਕਾਰ ਨੂੰ ਮਨ 'ਚ ਵਸਾਉਂਦੇ, ਫਿਰ ਉਹ ਦੇਖਦੇ ਬਈ ਇਹਨਾਂ ਦਾ ਕਿਹੜੇ ਹੱਟ ਦੇ ਨਾਲ ਜ਼ਿਆਦਾ ਲਗਾਓ ਹੈ, ਬਈ ਕੀ ਅਸੀਂ ਸਤੋਗੁਣੀ ਜ਼ਿਆਦਾ ਜਾਂ ਤਮੋਗੁਣੀ ਆ ਜਾਂ ਰਜੋਗੁਣੀ ਆ। ਜਿਹੜੇ ਹੱਟ 'ਤੇ ਅਸੀਂ ਜ਼ਿਆਦਾ ਸਵਾਸਾਂ ਦਾ ਧਨ ਖਰਚ ਕਰਦੇ ਹਾਂ ਫਿਰ ਉਹ ਦੇਖਦੇ ਵੀ ਇਹਨਾਂ ਦਾ ਪਿਆਰ ਹੈ ਜਿਹੜਾ ਇਸ ਹੱਟ ਦੇ ਨਾਲ ਜ਼ਿਆਦਾ, ਇਹਦੇ 'ਤੇ ਜ਼ਿਆਦਾ ਵਿਚਰਦੇ, ਫਿਰ ਸਾਨੂੰ ਉਸੇ ਮੁਤਾਬਕ ਆਕਾਰ ਦੇ ਵਿੱਚ ਭੇਜ ਦਿੰਦੇ। ਜੇ ਅਸੀਂ ਜ਼ਿਆਦਾ ਸਤੋਗੁਣੀ ਹਾਂ ਅਤੇ ਸਤੋਗੁਣ ਆਕਾਸ਼ ਲੋਕ ਨੂੰ ਭੇਜ ਦੇਣਗੇ, ਪੰਛੀ ਬਣਾ ਦੇਣਗੇ। ਜੇ ਅਸੀਂ ਜ਼ਿਆਦਾ ਰਜੋਗੁਣੀ ਹਾਂ, ਭੂਮ ਲੋਕ ਸਾਨੂੰ ਕੋਈ ਫਲਦਾਰ ਬੂਟਾ ਬਣਾ ਕੇ, ਦਰਖਤ ਬਣਾ ਕੇ ਖੜਾ ਕਰ ਦੇਣਗੇ। ਜੇ ਅਸੀਂ ਜ਼ਿਆਦਾ ਤਮੋਗੁਣੀ ਹਾਂ ਅਤੇ ਪਾਤਾਲ ਲੋਕ ਸਾਨੂੰ ਪਾਣੀ ਦਾ ਜਾਨਵਰ ਬਣਾ ਦੇਣਗੇ, ਉੱਥੇ ਭੇਜ ਦੇਣਗੇ। ਜਾਣੀ ਦੀ ਮਾਲਕ ਸਾਡੇ ਨਾਲ ਕੋਈ ਅਨਿਆਈ ਨਹੀਂ ਕਰਦਾ, ਸਾਡੀ ਇੱਛਾ ਮੁਤਾਬਕ ਹੀ, ਸਾਡੇ ਕਰਮਾਂ ਮੁਤਾਬਕ ਹੀ ਉਹ ਸਾਡਾ ਫੈਸਲਾ ਸੁਣਾ ਦਿੰਦੇ। ਇਸ ਵਾਸਤੇ ਹੁਣ ਮਾਲਕ ਨੇ ਸਾਨੂੰ ਇੰਨਾ ਅਖਤਿਆਰ ਦਿੱਤਾ ਹੈ ਮਨ ਬੱਚੇ ਨੂੰ, ਬਈ ਆਹ ਤੇਰੇ ਕੋਲ ਫੱਟੀ ਹੈ ਅਤੇ ਆਹ ਕਲਮ ਹੈ, ਤੂੰ ਇਹਦੇ ਉੱਤੇ ਆਪ ਹੀ ਲਿਖ ਕੇ ਲਿਆਉਣਾ। ਜੋ ਤੂੰ ਲਿਖ ਕੇ ਲਿਆਏਂਗਾ ਉਹਦੇ ਮੁਤਾਬਕ ਤੇਰਾ ਫੈਸਲਾ ਸੁਣਾ ਦੇ। ਦੇਖੋ ਮਾਲਕ ਕਿੱਡਾ ਦਿਆਲੂ, ਕਿੱਡਾ ਕਿਰਪਾਲੂ ਹੈ ਵੀ ਉਹਨੇ ਸਾਰਾ ਅਖਤਿਆਰ ਹੀ ਦੇ ਦਿੱਤਾ। ਮਹਾਰਾਜ ਕਹਿੰਦੇ ਆਪੇ ਫੱਟੀ ਕਲਮ ਆਪ ਉੱਪਰ ਲਿਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਹੁਣ ਮਾਲਕ ਨੇ ਸਾਨੂੰ ਇਹ ਅਖਤਿਆਰ ਦਿੱਤਾ ਵੀ ਤੁਸੀਂ ਆਪਦੀ ਪੱਟੀ 'ਤੇ ਲਿਖ ਕੇ ਲਿਆਉਣਾ। ਹੁਣ ਜੋ ਅਸੀਂ ਲਿਖ ਕੇ ਲੈ ਕੇ ਜਾਵਾਂਗੇ ਉਹਨਾਂ ਨੇ ਉਹਦੇ ਮੁਤਾਬਕ ਸਾਡਾ ਫੈਸਲਾ ਸੁਣਾ ਦੇਣਾ। ਫਿਰ ਨਾਲ ਨਾਲ ਸਾਨੂੰ ਗਿਆਨ ਦਿੰਦੇ, ਸੋਝੀ ਦਿੰਦੇ ਵੀ ਆਪਦੀ ਫੱਟੀ 'ਤੇ ਆਪਦੇ ਖਿਲਾਫ ਹੀ ਨਾ ਲਿਖੀ ਜਾਏ,
ਵੀ ਐਸਾ ਨਾ ਲਿਖ ਕੇ ਲੈ ਜਿਓ ਵੀ ਜਦੋਂ ਵਾਪਸ ਅਸੀਂ ਜਾਈਏ ਤੇ ਵੀ ਸਾਨੂੰ ਉਹਦੀ ਸਜ਼ਾ ਮਿਲੇ। ਉਹ ਫਿਰ ਅਸੀਂ ਆਪਦੇ ਖਿਲਾਫ ਲਿਖਦੇ ਉਦੋਂ ਜਦੋਂ ਅਸੀਂ ਇੱਥੇ ਬੈਰ ਵਿਰੋਧ 'ਚ ਪੈਂਦੇ ਹਾਂ, ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਈਰਖਾ ਨਫ਼ਰਤ ਕਰਦੇ ਹਾਂ, ਉਦੋਂ ਅਸੀਂ ਆਪਦੀ ਫੱਟੀ ਤੇ ਆਪਦੇ ਖਿਲਾਫ ਹੀ ਲਿਖੀ ਜਾਂਦੇ ਹਾਂ ਵੀ ਜਦੋਂ ਅਸੀਂ ਵਾਪਸ ਆਈਏ ਸਾਨੂੰ ਇਹਦੀ ਸਜ਼ਾ ਦਿਓ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸਿਆਣੇ ਹੋ ਫਿਰ ਤੁਸੀਂ ਆਪਦੇ ਖਿਲਾਫ ਨਾ ਲਿਖੋ। ਮਹਾਰਾਜ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ, ਆਪਣੇ ਗਿਰੇਵਾਨ ਮੈਂ ਸਿਰ ਨੀਵਾਂ ਕਰਨ ਦੇਖ। ਬਈ ਤੂੰ ਕਿਸੇ ਹੋਰ ਵੱਲ ਨਾ ਦੇਖ, ਹੋਰ ਦੇ ਔਗਣ ਨਾ ਤੱਕ, ਤੂੰ ਹੋਰ ਕਿਸੇ ਦੀ ਨਿੰਦਿਆ ਨਾ ਕਰ। ਜੇ ਤੂੰ ਦੇਖਣਾ ਹੀ ਹੈ ਤੇ ਆਪਦੇ ਗਿਰੇਵਾਨ ਦੇ ਅੰਦਰ ਝਾਤੀ ਮਾਰ ਕੇ ਦੇਖ। ਜਦੋਂ ਅਸੀਂ ਆਪਦੇ ਗਿਰੇਵਾਨ 'ਚ ਦੇਖਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਦੋਸ਼ ਕਿਸੇ ਹੋਰ ਦਾ ਨਹੀਂ ਹੈ, ਦੋਸ਼ ਸਾਡਾ ਆਪਦਾ ਹੈ। ਜੇ ਸਾਨੂੰ ਕੋਈ ਮਾੜਾ ਦਿਸਦਾ, ਮਾੜਾ ਉਹ ਨਹੀਂ ਹੈ, ਬਰਿਆਈ ਸਾਡੇ ਅੰਦਰ ਹੈ। ਜੇ ਸਾਨੂੰ ਕੋਈ ਬੁਰਾ ਲੱਗਦਾ, ਸਾਡਾ ਮਨ ਕਾਲਾ ਹੈ, ਅਸੀਂ ਕਾਲੇ ਲੇਖ ਲਿਖੇ, ਉਹ ਸਾਨੂੰ ਤਾਂ ਅੱਗੇ ਬੁਰਾ ਲੱਗਦਾ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਆਪਦੇ ਅੰਦਰ ਝਾਤੀ ਮਾਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਆਪਦਾ ਹੀ ਦੋਸ਼ ਹੈ। ਤਾਈਓ ਮਹਾਰਾਜ ਕਹਿੰਦੇ ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਚੰਨਾ। ਹੁਣ ਸੰਸਾਰ ਦੇ ਵਿੱਚ ਕੀ ਹੈ, ਜੀਵ ਇੱਕ ਦੂਸਰੇ ਨੂੰ ਦੋਸ਼ ਦਿੰਦੇ ਨੇ। ਬੱਚੇ ਮਾਂ ਪਿਓ ਨੂੰ ਦੋਸ਼ ਦਿੰਦੇ, ਮਾਂ ਪਿਓ ਬੱਚਿਆਂ ਨੂੰ ਦਿੰਦੇ ਵੀ ਅਸੀਂ ਇਹਨਾਂ ਕਰਕੇ ਦੁਖੀ ਹਾਂ। ਪਤੀ ਪਤਨੀ ਇੱਕ ਦੂਸਰੇ ਨੂੰ ਦੋਸ਼ ਦਿੰਦੇ, ਉਹ ਕਹਿੰਦਾ ਮੈਂ ਇਹਦੇ ਕਰਕੇ ਦੁਖੀ ਹਾਂ, ਦੂਸਰਾ ਕਹਿੰਦਾ ਮੈਂ ਇਹਦੇ ਕਰਕੇ ਦੁਖੀ ਹਾਂ। ਜਾਣੀ ਵੀ ਅਸੀਂ ਇੱਕ ਦੂਸਰੇ ਨੂੰ ਦੋਸ਼ ਦਿੰਦੇ ਹਾਂ, ਆਪਦਾ ਨਹੀਂ ਮੰਨਦੇ। ਜੇ ਅਸੀਂ ਆਪਦਾ ਦੋਸ਼ ਮੰਨੀਏ ਤੇ ਫਿਰ ਅਸੀਂ ਸੁਖੀ ਵੀ ਹੋ ਜਾਈਏ। ਜਦੋਂ ਅਸੀਂ ਦੂਸਰੇ ਦੇ ਉੱਤੇ ਦੋਸ਼ ਲਾ ਦਿੰਦੇ ਹਾਂ ਉਦੋਂ ਫਿਰ ਅਸੀਂ ਜਿਹੜਾ ਅਸਲ ਦੋਸ਼ ਦਾ ਕਾਰਨ ਹੁੰਦਾ ਹੈ ਉੱਥੇ ਨਹੀਂ ਅਸੀਂ ਧਿਆਨ ਦਿੰਦੇ, ਸਾਡਾ ਧਿਆਨ ਬਾਹਰਮੁਖੀ ਹੋ ਜਾਂਦਾ ਹੈ। ਅਸੀਂ ਸਮਝਦੇ ਹਾਂ ਵੀ ਜੇ ਅਸੀਂ ਦੁਖੀ ਹਾਂ ਤੇ ਅਸੀਂ ਹੋਰ ਫਲਾਣੇ ਬੰਦੇ ਕਰਕੇ ਦੁਖੀ ਹਾਂ। ਇਹ ਨਹੀਂ ਪਤਾ ਵੀ ਦੁੱਖ ਦਾ ਕਾਰਨ ਸਾਡੇ ਅੰਦਰ ਹੈ, ਅਸੀਂ ਅੰਦਰੋਂ ਦੁਖੀ ਹਾਂ। ਜੇ ਉਹ ਸੰਸਾਰ ਦੇ ਵਿੱਚ ਜਿਹਦੇ ਤੇ ਅਸੀਂ ਦੋਸ਼ ਲਾਉਂਦੇ ਹਾਂ ਜੇ ਉਹ ਨਹੀਂ ਵੀ ਰਹੇਗਾ ਅਸੀਂ ਦੁਖੀ ਫਿਰ ਵੀ ਰਹਿਣਾ ਹੀ। ਜਿਵੇਂ ਹੁਣ ਸੰਸਾਰ 'ਚ ਆਪਾਂ ਦੇਖਦੇ ਹਾਂ ਵੀ ਜਿਹਦੇ ਨਾਲ ਜੀਵ ਦੀ ਨਹੀਂ ਬਣਦੀ, ਪਰਿਵਾਰ ਦੇ ਵਿੱਚ ਹੀ ਕਹਿ ਲਓ, ਜਿਵੇਂ ਆਮ ਆਪਾਂ ਦੇਖਦੇ ਹਾਂ ਵੀ ਜਾਂ ਸੱਸ ਜਾਂ ਨੂੰਹ ਹੁੰਦੀਆਂ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਬੀਬੀਆਂ ਦੀ। ਹੁਣ ਉਹ ਉਦੋਂ ਵੀ ਦੁਖੀ ਆ ਨੂੰਹ ਬਈ ਸੱਸ ਕਰਕੇ, ਜਦੋਂ ਸੰਸਾਰ 'ਚ ਨਹੀਂ ਰਹਿੰਦੀ ਦੁਖੀ ਉਹਨੇ ਫਿਰ ਵੀ ਰਹਿਣਾ ਹੀ, ਫਿਰ ਕਿਹੜਾ ਉਹਨੇ ਸੁਖੀ ਹੋ ਜਾਣਾ। ਬਈ ਕਿਉਂਕਿ ਦੁੱਖ ਦਾ ਕਾਰਨ ਇਹ ਨਹੀਂ ਹੈ ਵੀ ਉਹ ਹੈਗੀ ਤੇ ਉਹ ਤਾਂ ਦੁਖੀ ਹੈ। ਦੁੱਖ ਦਾ ਕਾਰਨ ਇਹ ਹੈ ਵੀ ਅਸੀਂ ਅੰਦਰੋਂ ਦੁਖੀ ਹਾਂ। ਜੇ ਉਹ ਸੰਸਾਰ ਦੇ ਵਿੱਚ ਜਿਹਦੇ ਤੇ ਅਸੀਂ ਦੋਸ਼ ਲਾਉਂਦੇ ਹਾਂ ਜਦੋਂ ਉਹ ਨਹੀਂ ਵੀ ਰਹੇਗਾ ਦੁੱਖ ਫਿਰ ਵੀ ਰਹਿਣਾ ਹੀ ਰਹਿਣਾ ਹੈ। ਫਿਰ ਕੋਈ ਦੁੱਖ ਦਾ ਕਾਰਨ ਅਸੀਂ ਹੋਰ ਲੱਭ ਲੈਣਾ। ਪਹਿਲਾਂ ਅਸੀਂ ਉਹਨੂੰ ਦੁੱਖ ਦਾ ਕਾਰਨ ਬਣਾਇਆ ਸੀ, ਫਿਰ ਕੋਈ ਦੁੱਖ ਦਾ ਕਾਰਨ ਅਸੀਂ ਹੋਰ ਬਣਾ ਦਾਂਗੇ ਬਈ ਹੋਰ ਸਾਡਾ ਬੱਚਾ ਅਸੀਂ ਇਹਦੇ ਕਰਕੇ ਦੁਖੀ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਬਈ ਦੋਸ਼ ਕਿਸੇ ਹੋਰ ਦਾ ਨਹੀਂ ਹੈ, ਦੋਸ਼ ਤੁਹਾਡਾ ਆਪਣਾ ਹੈ। ਸਾਡਾ ਮਨ ਪਰਮਾਤਮਾ ਤੋਂ ਟੁੱਟਿਆ ਹੋਣ ਕਰਕੇ, ਸਾਡੀ ਲਿਵ ਟੁੱਟੀ ਹੋਣ ਕਰਕੇ, ਅਸੀਂ ਸਿਮਰਨ ਨਹੀਂ ਕਰਦੇ ਕਰਕੇ ਅਸੀਂ ਤਾਂ ਦੁਖੀ। ਜੇ ਅਸੀਂ ਸਿਮਰਨ ਕਰੀਏ, ਗੁਰੂ ਦਾ ਵਚਨ ਮੰਨੀਏ, ਹੁਕਮ ਦੇ ਵਿੱਚ ਆ ਜਾਈਏ ਤੇ ਫਿਰ ਸਾਨੂੰ ਕੋਈ ਦੁੱਖ ਹੀ ਨਹੀਂ। ਸੰਸਾਰ ਦੇ ਵਿੱਚ ਕੋਈ ਵੀ ਜੀਵ ਕੁਛ ਵੀ ਕਰੇ ਫਿਰ ਆਪਾਂ ਜਿਹੜਾ ਦੁਖੀ ਨਹੀਂ ਹੋਵਾਂਗੇ।
ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਦੁਖੀ ਹੋ ਤੇ ਸੁਖੀ ਹੋ ਸਕਦੇ ਹੋ ਸਿਮਰਨ ਅਭਿਆਸ ਕਰਕੇ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ। ਵੀ ਜੇ ਅਸੀਂ ਸਿਮਰਨ ਕਰਾਂਗੇ ਤੇ ਸੁਖੀ ਹੋ ਜਾਵਾਂਗੇ, ਜੇ ਨਹੀਂ ਕਰਾਂਗੇ ਤੇ ਦੁਖੀ ਤਾਂ ਰਹਿਣਾ ਹੀ ਰਹਿਣਾ। ਸੋ ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਸਾਡਾ ਆਪਣਾ ਦੋਸ਼, ਅਸੀਂ ਆਪਦੀ ਫੱਟੀ ਤੇ ਦੂਸਰਿਆਂ ਨੂੰ ਦੋਸ਼ ਦੇ ਕੇ ਅਸੀਂ ਹੋਰ ਆਪਦੀ ਫੱਟੀ ਤੇ ਆਪਦੇ ਖਿਲਾਫ ਲਿਖੀ ਜਾਂਦੇ ਵੀ ਜਦੋਂ ਅਸੀਂ ਵਾਪਸ ਆਈਏ ਸਾਨੂੰ ਇਹਦੀ ਸਜ਼ਾ ਮਿਲੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਦੁੱਖ ਦਾ ਕਾਰਨ ਬਾਹਰ ਨਹੀਂ, ਤੁਸੀਂ ਅੰਦਰੋਂ ਲੱਭੋ। ਵੀ ਜੇ ਸਾਡਾ ਮਨ ਅਸ਼ਾਂਤ ਹੈ, ਜੇ ਸਾਡਾ ਮਨ ਦੁਖੀ ਹੈ ਤਾਂ ਕਿਉਂ ਦੁਖੀ ਹੈ, ਉਹ ਅੰਦਰੋਂ ਲੱਭੋ ਵੀ ਦੁੱਖ ਦਾ ਕਾਰਨ ਕੀ ਹੈ। ਦੁੱਖ ਦਾ ਕਾਰਨ ਅੰਦਰ ਹੈ, ਬਾਹਰ ਨਹੀਂ ਹੈ। ਜੇ ਆਪਾਂ ਸੁਖੀ ਹਾਂ, ਸੁੱਖ ਵੀ ਸਾਨੂੰ ਅੰਦਰੋਂ ਹੀ ਪ੍ਰਗਟ ਹੋਣਾ ਹੈ। ਜੇ ਅਸੀਂ ਦੁਖੀ ਹਾਂ ਤਾਂ ਦੁੱਖ ਵੀ ਅੰਦਰੋਂ ਹੀ ਪ੍ਰਗਟ ਹੁੰਦਾ ਹੈ, ਕਿਉਂਕਿ ਸੁੱਖ ਦੇਣ ਵਾਲਾ ਮਾਲਕ ਵੀ ਅੰਦਰ ਹੀ ਬੈਠਾ ਹੈ, ਸੁੱਖਾਂ ਦਾ ਦਾਤਾ। ਤੇ ਦੁੱਖ ਦੇਣ ਵਾਲੇ ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਅੰਦਰ ਹੀ ਬੈਠੇ ਨੇ। ਜਦੋਂ ਦਾ ਸਾਡਾ ਮਨ ਇਹਨਾਂ ਦੇ ਏਰੀਏ 'ਚ ਹੁੰਦਾ, ਇੱਧਰ ਮਾਇਆ ਦੇ ਵਿੱਚ ਹੁੰਦਾ ਹੈ, ਉਦੋਂ ਹੀ ਅੰਦਰ ਬੈਠੇ ਹੀ ਸਾਨੂੰ ਦੁੱਖ ਦਿੱਤੀ ਜਾਂਦੇ ਨੇ। ਤਾਂਹੀਓ ਮਹਾਰਾਜ ਕਹਿੰਦੇ ਪੰਜ ਦੂਤ ਚਿੱਤ ਬੇਬਕਾਰਾ ਮਾਇਆ ਮੋਹ ਕਾ ਇਹੋ ਪਸਾਰਾ। ਇਹ ਸਾਡੇ ਅੰਦਰ ਹੀ ਚਿੱਤ ਦੇ ਵਿੱਚ ਬੈਠੇ, ਅੰਦਰ ਹੀ ਇਹ ਵਿਚਾਰਾਂ ਦਾ ਜਾਲ ਬੁਣੀ ਜਾਂਦੇ ਤੇ ਸਾਨੂੰ ਦੁਖੀ ਕੀਤੀ ਜਾਂਦੇ ਅੰਦਰੋਂ ਹੀ। ਜੇ ਹੁਣ ਅੰਦਰੋਂ ਹੀ ਅਸੀਂ ਇਹਨਾਂ ਦਾ ਧਿਆਨ ਛੱਡ ਕੇ ਅਸੀਂ ਨਾਮ ਦੇ ਨਾਲ ਜੁੜ ਜਾਈਏ, ਮਾਲਕ ਦਾ ਸਿਮਰਨ ਕਰਨਾ ਸ਼ੁਰੂ ਕਰ ਦਈਏ, ਤੇ ਅੰਦਰੋਂ ਹੀ ਸਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਣਾ। ਦੁਖੀ ਵੀ ਅਸੀਂ ਅੰਦਰੋਂ ਹੀ ਹਾਂ ਤੇ ਸੁਖੀ ਵੀ ਅਸੀਂ ਅੰਦਰੋਂ ਹੀ ਹੋ ਜਾਣਾ। ਹੁਣ ਜੀਵ ਨੂੰ ਅੰਦਰ ਦਾ ਨਾ ਭੇਤ ਹੋਣ ਕਰਕੇ ਉਹ ਸੁੱਖਾਂ ਦੁੱਖਾਂ ਦਾ ਕਾਰਨ ਬਾਹਰ ਸਮਝਦਾ ਹੈ, ਦੂਸਰੇ ਨੂੰ ਸਮਝਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਬਾਹਰ ਨਹੀਂ ਹੈ, ਤੁਸੀਂ ਅੰਦਰੋਂ ਲੱਭੋ। ਸਾਰਾ ਕੁਛ ਸਾਡੇ ਅੰਦਰ ਹੀ ਮੌਜੂਦ ਹੈ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਜੇ ਅਸੀਂ ਬਾਹਰੋਂ ਲੱਭਾਂਗੇ ਸੁੱਖ ਤੇ ਭਰਮ ਹੈ, ਬਾਹਰੋਂ ਸੁੱਖ ਮਿਲਦਾ ਨਹੀਂ। ਸੋ ਇਸ ਵਾਸਤੇ ਸੁੱਖ ਸਾਨੂੰ ਅੰਦਰੋਂ ਹੀ ਮਿਲਣਾ ਹੈ। ਉਹਦੇ ਵਾਸਤੇ ਫਿਰ ਆਪਾਂ ਨੂੰ ਅੰਤਰਮੁਖੀ ਹੋਣਾ ਪੈਣਾ। ਹੁਣ ਇਹ ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਵੀ ਤਾਂ ਕਿ ਸਾਡਾ ਜਿਹੜਾ ਮਨ ਬਾਹਰ ਮੁਖੀ ਹੈ ਇਹ ਬਾਹਰੋਂ ਅੰਤਰਮੁਖੀ ਹੋ ਜੇ। ਜਿਉਂ-ਜਿਉਂ ਹੁਣ ਆਪਾਂ ਇਹ ਅਭਿਆਸ ਕਰਾਂਗੇ ਅਸੀਂ ਤਿਉਂ-ਤਿਉਂ ਅੰਤਰਮੁਖੀ ਹੋਵਾਂਗੇ। ਜਿਉਂ-ਜਿਉਂ ਅਸੀਂ ਅੰਤਰਮੁਖੀ ਹੋਵਾਂਗੇ ਸਾਨੂੰ ਸਾਡੇ ਅੰਦਰ ਦਾ ਭੇਤ ਆ ਜਾਏਗਾ। ਜਿਵੇਂ ਹੁਣ ਜਦੋਂ ਗੁਰਮੁਖ ਅਭਿਆਸ ਕਰਦੇ, ਅਭਿਆਸ ਕਰਕੇ ਅੰਤਰਮੁਖੀ ਹੋ ਜਾਂਦੇ, ਅੰਤਰਮੁਖੀ ਹੋ ਕੇ ਉਹ ਫਿਰ ਵਿਚਾਰ ਕਰਦੇ ਵੀ ਸਾਨੂੰ ਪਰਮਾਤਮਾ ਤੋਂ ਵਿਛੋੜਨ ਵਾਲਾ ਕੌਣ ਹੈ। ਵੀ ਅਸੀਂ ਜਿਹੜਾ ਦੁਖੀ ਹਾਂ ਤੇ ਦੁੱਖ ਦਾ ਕਾਰਨ ਕੀ ਹੈ, ਕਿਉਂ ਅਸੀਂ ਦੁਖੀ ਹਾਂ, ਕਿਉਂ ਅਸੀਂ ਪਰਮਾਤਮਾ ਤੋਂ ਦੂਰ। ਜਦੋਂ ਗੁਰਮੁਖ ਅੰਤਰਮੁਖੀ ਹੋਏ ਉਹਨਾਂ ਨੇ ਦੇਖਿਆ ਵੀ ਸਾਨੂੰ ਮਾਲਕ ਤੋਂ ਵਿਛੋੜਨ ਵਾਲੇ ਵੀ ਅੰਦਰ ਹੀ ਬੈਠੇ ਨੇ। ਬਈ ਇਹਨਾਂ ਨੇ ਅੰਦਰ ਬੈਠਿਆਂ ਨੇ ਹੀ ਸਾਨੂੰ ਮਾਲਕ ਤੋਂ ਦੂਰ ਕੀਤਾ ਹੋਇਆ। ਕਿਹਨਾਂ ਨੇ ਕੀਤਾ? ਇਹਨਾਂ ਪੰਜਾਂ ਦੂਤਾਂ ਨੇ। ਮਹਾਰਾਜ ਕਹਿੰਦੇ ਪੰਜ ਦੂਤ ਮਿਲ ਪਿਰੋਂ ਵਿਛੋੜੀ, ਭਰਮ ਭਰਮ ਰੋਵੇ ਹਾਥ ਵਿਛੋੜੀ। ਬਈ ਵਿਛੋੜਨ ਵਾਲੇ ਵੀ ਕੋਈ ਇਹ ਨਹੀਂ ਵੀ ਬਾਹਰੋਂ ਸਾਡੇ ਅੰਦਰ ਹੀ ਬੈਠੇ। ਜਦੋਂ ਫਿਰ ਗੁਰਮੁਖ ਅੰਤਰਮੁਖੀ ਹੁੰਦੇ ਉਹਨਾਂ ਨੇ ਦੇਖਿਆ ਵੀ ਇਹ ਅੰਦਰ ਹੀ।
ਤੇ ਜਦੋਂ ਫਿਰ ਇਹ ਅੰਦਰ ਨੇ ਉਦੋਂ ਸਾਡਾ ਇਹ ਮਾਲਕ ਦੇ ਨਾਲ ਮਿਲਾਪ ਨਹੀਂ ਹੋਣ ਦਿੰਦੇ, ਸਾਨੂੰ ਭਰਮ 'ਚ ਰੱਖਦੇ, ਦੂਰ ਕਰਦੇ ਨਹੀਂ। ਫਿਰ ਮਹਾਰਾਜ ਕਹਿੰਦੇ ਵੀ ਜਦ ਤੱਕ ਤਾਂ ਇਹ ਅੰਦਰ ਸੀ ਕਾਮ, ਕ੍ਰੋਧ, ਲੋਭ, ਅਹੰਕਾਰ, ਉਹਨਾਂ ਸਮਾਂ ਸਾਡੇ ਅੰਦਰ ਹੀ ਜਿਹੜੇ ਪੰਜ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ ਸੀ, ਜਿਹੜੇ ਇਹਨਾਂ ਨੂੰ ਰਹਿਣ ਨਹੀਂ ਸੀ ਦਿੰਦੇ। ਇਹਨਾਂ ਨੂੰ ਘਰ ਤੋਂ ਬਾਹਰ ਕੱਢਿਆ ਹੋਇਆ ਸੀ। ਕਹਿੰਦੇ ਹੁਣ ਕੀ ਕੀਤਾ ਅਸੀਂ, ਇਹਨਾਂ ਪੰਜਾਂ ਨੂੰ ਮਨਾ ਕੇ ਘਰ ਚੱਲੇ ਜਾਂਦਾ। ਜਦੋਂ ਇਹ ਆ ਗਏ ਤੇ ਇਹ ਅੰਦਰੋਂ ਬਾਹਰ ਚਲੇ ਗਏ। ਮਹਾਰਾਜ ਕਹਿੰਦੇ ਪੰਜ ਮਨਾਏ ਪੰਜ ਰਸਾਏ, ਪੰਜ ਵਸਾਏ ਪੰਜ ਗਵਾਏ, ਐਨ ਵੈਦ ਨਗਰ ਬੁੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦਰਟਾਈ। ਬਈ ਪਹਿਲਾਂ ਇਹ ਜਦੋਂ ਪੰਜ ਅੰਦਰ ਬੈਠੇ ਸੀ ਉਦੋਂ ਇਹ ਸਾਨੂੰ ਲਾਹਾ ਹੋਣ ਹੀ ਨਹੀਂ ਸੀ ਦਿੰਦੇ, ਸਾਨੂੰ ਮਾਲਕ ਤੋਂ ਦੂਰ ਰੱਖਦੇ ਸੀ। ਹੁਣ ਕੀ ਕੀਤਾ ਅਸੀਂ, ਇਹਨਾਂ ਨੂੰ ਬਾਹਰ ਕੱਢ ਦਿੱਤਾ। ਜਦੋਂ ਬਾਹਰ ਕੱਢ ਦਿੱਤਾ ਤੇ ਹੁਣ ਕਹਿੰਦੇ ਸੁਖੀ ਹੋ ਗਏ, ਹੁਣ ਲਾਹਾ ਹੀ ਲਾਹਾ। ਹੁਣ ਕਹਿੰਦੇ ਖੇਤ ਦੇ ਵਿੱਚ ਨਾਮ ਦੀ ਖੇਤੀ ਕਰਦੇ ਆ ਤੇ ਹੁਣ ਇਹਦਾ ਲਾਹਾ ਹੀ ਲਾਹਾ। ਪਹਿਲਾਂ ਜਦੋਂ ਇਹ ਖੇਤ ਦੇ ਅੰਦਰ ਵਸਦੇ ਸੀ ਇਹ ਉਜਾੜਾ ਕਰ ਦਿੰਦੇ ਸੀ, ਇਹ ਲਾਹਾ ਹੋਣ ਹੀ ਨਹੀਂ ਸੀ ਦਿੰਦੇ, ਇਹ ਗੰਦ ਪਾਈ ਰੱਖਦੇ ਸੀ। ਇਸ ਕਰਕੇ ਇਹਨਾਂ ਨੂੰ ਕਹਿੰਦੇ ਹੁਣ ਬਾਹਰ ਕੱਢ ਦਿੱਤਾ। ਤੇ ਜਦੋਂ ਬਾਹਰ ਕੱਢਿਆ ਆਪਣੇ ਇਰਦ ਗਿਰਦ ਗਿਆਨ ਦੀ ਬਾੜ ਕਰ ਦਿੱਤੀ। ਜਿਵੇਂ ਆਪਾਂ ਦੇਖਦੇ ਹਾਂ ਵੀ ਖੇਤੀ ਕਰਦੇ ਗੁਰਮੁਖ, ਉਹ ਜਦੋਂ ਫਿਰ ਫਸਲ ਹੁੰਦੀ ਇਰਦ ਗਿਰਦ ਕੰਡਿਆਂ ਵਾਲੀ ਤਾਰ ਲਾ ਦਿੰਦੇ ਬਈ ਜਿਹੜੇ ਪਸ਼ੂ ਅਵਾਰਾ ਫਿਰਦੇ ਵੀ ਉਹ ਉਜਾੜਾ ਹੀ ਨਾ ਕਰ ਦੇਣ। ਇਸੇ ਤਰ੍ਹਾਂ ਹੀ ਫਿਰ ਜਦੋਂ ਆਪਾਂ ਇਹ ਖੇਤ ਨੂੰ ਸਵਾਰ ਲੈਂਦੇ ਹਾਂ ਫਿਰ ਅਸੀਂ ਗਿਆਨ ਦੀ ਬਾੜ ਕਰ ਦਿੰਦੇ। ਮਹਾਰਾਜ ਕਹਿੰਦੇ ਸਾਚ ਧਰਮ ਕੀ ਕਰਦੀ ਨਹੀਂ ਬਾੜ, ਵੀ ਜਦੋਂ ਬਾੜੀ ਕਰਤੀ ਇਹਨਾਂ ਨੂੰ ਵੀ ਬਾਹਰ ਹੀ ਰਹੋ, ਅੰਦਰ ਨਹੀਂ ਵੜਨਾ। ਫਿਰ ਸੌਖੀ ਸੁੱਖ, ਫਿਰ ਆਨੰਦ ਹੀ ਆਨੰਦ। ਜਦੋਂ ਇਹ ਅੰਦਰ ਸੀ ਉਦੋਂ ਦੁੱਖ ਹੀ ਦੁੱਖ ਸੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਅਸੀਂ ਸੁਖੀ ਹੋ ਗਏ, ਹੁਣ ਇਹ ਜਿਹੜਾ ਸਾਡਾ ਨਗਰ ਸੀ ਸੁਖੀ ਵਸਦਾ ਹੈ। ਤੇ ਆਪਾਂ ਨੂੰ ਕਹਿੰਦੇ ਵੀ ਆਪਾਂ ਵੀ ਜੇ ਹੁਣ ਸੁਖੀ ਹੋਣਾ ਹੈ ਫਿਰ ਮਹਾਰਾਜ ਕਹਿੰਦੇ ਵੀ ਬਾਹਰੋਂ ਤੁਸੀਂ ਅੰਤਰਮੁਖੀ ਹੋਵੋ। ਜਿਉਂ ਜਿਉਂ ਅਸੀਂ ਅੰਤਰਮੁਖੀ ਹੋਵਾਂਗੇ, ਸਾਨੂੰ ਸਾਡੇ ਅੰਦਰ ਦੀ ਸੋਝੀ ਹੋਏਗੀ, ਤਿਉਂ ਤਿਉਂ ਅਸੀਂ ਸੁਖੀ ਹੁੰਦੇ ਜਾਵਾਂਗੇ। ਸੋ ਆਓ ਹੁਣ ਕਿਵੇਂ ਸਾਡੇ ਮਨ ਨੇ ਅੰਤਰਮੁਖੀ ਹੋਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਹੱਸੇ ਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹ ਅਭਿਆਸ ਕਰਨ ਦੇ ਨਾਲ ਹੀ ਸਾਡਾ ਭਲਾ ਹੁੰਦਾ ਆਪਣੇ ਆਪੇ ਦਾ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਤਿਉਂ-ਤਿਉਂ ਸਾਡੇ ਮਨ ਦਾ ਭਲਾ ਹੋਏਗਾ। ਜਿਵੇਂ ਹੁਣ ਅਸੀਂ ਅਰਦਾਸ ਤਾਂ ਸਰਬੱਤ ਦੇ ਭਲੇ ਦੀ ਕਰਦੇ, ਪਰ ਮਹਾਰਾਜ ਕਹਿੰਦੇ ਵੀ ਪਹਿਲਾਂ ਆਪਣੇ ਆਪੇ ਦਾ ਤਾਂ ਭਲਾ ਕਰ ਲਓ। ਵੀ ਸਾਡਾ ਜਿਹੜਾ ਮਨ ਇਹ ਬੁਰਾ ਹੋ ਚੁੱਕੇ, ਦੌੜਾ ਦੇ ਵਿੱਚ ਪੈ ਕੇ, ਬੈਰ ਵਿਰੋਧ 'ਚ ਪੈ ਕੇ, ਨਿੰਦਿਆ ਚੁਗਲੀ ਕਰਕੇ ਇਹ ਬੁਰਾ ਬਣ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਸ ਬੁਰੇ ਦਾ ਪਹਿਲਾਂ ਭਲਾ ਕਰੋ। ਅਰਮਾਉਂਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗੇ, ਭਲੇ ਸਭ ਕੁਛ ਪਾਏ। ਜੇ ਹੁਣ ਅਸੀਂ ਇਸ ਬੁਰੇ ਦਾ ਭਲਾ ਕਰ ਲਾਂਗੇ, ਫਿਰ ਇਹਦਾ ਜਿਹੜਾ ਰੋਗ ਹੈ ਇਹ ਰੋਗ ਕੱਟਿਆ ਜਾਏਗਾ ਜਨਮ ਮਰਨ ਦਾ। ਇਸ ਨੂੰ ਫਿਰ ਰੋਗ ਨਹੀਂ ਲੱਗੇਗਾ, ਵਾਰ-ਵਾਰ ਇਹ ਜੂਨਾਂ 'ਚ ਨਹੀਂ ਆਏਗਾ। ਤੇ ਉਹ ਤਾਂ ਹੀ ਇਸ ਦਾ ਭਲਾ ਹੋਏਗਾ ਜੇ ਹੁਣ ਅਸੀਂ ਅਭਿਆਸ ਕਰਾਂਗੇ, ਗੁਰੂ ਦੀ ਮੱਤ ਦੁਆਰਾ ਅਸੀਂ ਚੱਲਾਂਗੇ, ਮਨ ਨੂੰ ਦੇਵਾਂਗੇ, ਫਿਰ ਇਹਦਾ ਭਲਾ ਹੋਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਭਲਾ ਕਰੋ ਪਹਿਲਾਂ ਇਸ ਮਨ ਦਾ। ਜਦੋਂ ਇਹਦਾ ਭਲਾ ਹੋ ਗਿਆ ਆਪਣੇ ਆਪੇ ਦਾ, ਫਿਰ ਇਹ ਅੱਗੇ ਭਲਾ ਕਰ ਸਕਦਾ। ਜਦ ਤੱਕ ਇਹਦਾ ਆਪਦਾ ਹੀ ਨਹੀਂ ਭਲਾ, ਉਹਨਾਂ ਸਮਾਂ ਇਹ ਭਲਾ ਅੱਗੇ ਕਰ ਹੀ ਨਹੀਂ ਸਕਦਾ। ਜਦ ਤੱਕ ਇਹ ਆਪ ਹੀ ਦੁਖੀ ਹੈ, ਆਪ ਹੀ ਅਸ਼ਾਂਤ ਹੈ, ਉਹਨਾਂ ਸਮਾਂ ਇਹ ਦੂਸਰੇ ਨੂੰ ਕਿਵੇਂ ਸੁਖੀ ਕਰੇਗਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਣਾ ਆਪਾ ਪਹਿਲਾਂ ਸਵਾਰੋ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਵੀ ਪਹਿਲਾਂ ਆਪਣਾ ਆਪਾ ਸਵਾਰੋ, ਇਸ ਦਾ ਭਲਾ ਕਰੋ। ਜਦੋਂ ਭਲਾ ਹੋ ਜਾਏਗਾ ਇਹ ਸੁਖੀ ਹੋ ਜਾਏਗਾ। ਜਦੋਂ ਇਹ ਸੁਖੀ ਹੋ ਗਿਆ ਤੇ ਫਿਰ ਮੁੜ ਕੇ ਜਿਹੜਾ ਇਹਦਾ ਸੰਗ ਕਰੇਗਾ ਉਹ ਵੀ ਸੁਖੀ ਹੋ ਜਾਏਗਾ। ਇਸ ਵਾਸਤੇ ਹੁਣ ਆਪਾਂ ਸੁਖੀ ਹੋਣ ਵਾਸਤੇ ਇਹਦੇ 'ਚ ਆਪਣਾ ਆਪਾ ਹੀ ਭਲਾ ਹੈ।
ਵੀ ਇਹ ਨਹੀਂ ਵੀ ਆਪਾਂ ਜਿਹੜੇ ਸੇਵਨ ਕਰਦੇ ਆ ਇਹਦੇ ਵਿੱਚ ਕਿਸੇ ਦਾ ਹੋਰ ਦਾ ਫਾਇਦਾ ਹੈ ਜਾਂ ਅਸੀਂ ਕਿਸੇ ਵਾਸਤੇ ਕਰਦੇ ਹਾਂ। ਇਹਦੇ 'ਚ ਕਿਸੇ ਹੋਰ ਦਾ ਨਹੀਂ, ਆਪਣਾ ਆਪੇ ਦਾ ਭਲਾ ਹੈ, ਅਸੀਂ ਆਪਦੇ ਵਾਸਤੇ ਕਰਨਾ ਹੈ। ਆਪਾਂ ਜਿਹੜੀ ਇਹ ਸਤਸੰਗਤ ਕਰਦੇ ਹਾਂ ਜਾਂ ਸੇਵਨ ਕਰਦੇ ਹਾਂ ਇਹਦੇ 'ਚ ਆਪਣਾ ਭਲਾ ਹੈ, ਆਪਾਂ ਨੂੰ ਆਪ ਨੂੰ ਲਾਹਾ ਹੈ। ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੇਵਨ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹ ਕੇ ਵਿਚਾਰਨਾ ਤਾਂ ਕਿ ਸਾਡੇ ਮਨ ਦਾ ਭਲਾ ਹੋਰ ਹੋ ਸਕੇ, ਇਹਨੂੰ ਸਮਝ ਆਵੇ, ਇਸ ਨੂੰ ਗਿਆਨ ਹੋਵੇ, ਇਹਨੂੰ ਸੋਝੀ ਹੋਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ ਹੈ ਆਪਣੇ ਆਪੇ ਵਾਸਤੇ। ਇਹ ਜੋ ਸਾਰਾ ਭੇਦ ਆਪਾਂ ਨੂੰ ਦਿੱਤਾ ਗੁਰਬਾਣੀ ਗੁਰੂ ਦੁਆਰਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਕਿਵੇਂ ਅਸੀਂ ਹੁਣ ਇਹ ਜੋ ਆਪਦੇ ਜੀਵਨ ਦਾ ਲਾਹਾ, ਕਿਵੇਂ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋਣਾ, ਜੋ ਸਾਡਾ ਮੂਲ ਸੱਚ ਪਰਮਾਤਮਾ ਨਿਰੰਕਾਰ, ਕਿਵੇਂ ਆਪਾਂ ਉਹਦਾ ਧਿਆਨ ਧਰਨਾ, ਕਿਵੇਂ ਉਹਦੇ 'ਚ ਲੀਨ ਹੋਣਾ, ਉਹ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਸਮਝਾਇਆ ਹੈ। ਸੋ ਇਹੋ ਗਿਆਨ ਆਪਾਂ ਵਾਰ-ਵਾਰ ਦੁਹਰਾਉਂਦੇ ਹਾਂ ਵੀ ਤਾਂ ਕਿ ਸਾਡੇ ਮਨ ਦੇ ਵਿੱਚ, ਸਾਡੇ ਹਿਰਦੇ 'ਚ ਵਸ ਜਾਵੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।